ਕੀਰਤਨ। ਗੁਰੂ ਅਮਰਦਾਸ ਹਿਰਦੈ ਨਿਤ ਧਿਆਉ, ਹਿਰਦੈ ਨਿਤ ਧਿਆਉ। ਸ਼੍ਰੀ ਗੁਰੂ ਰਾਮਦਾਸ ਗੁਣ ਗਾਉ। ਗੁਰੂ ਅਰਜਨ ਬਿਗਨਨ ਕੇ ਨਾਸ਼ਕ, ਬਿਗਨਨ ਕੇ ਨਾਸਕ। ਸ਼੍ਰੀ ਹਰਿ ਗੋਬਿੰਦ ਸੁਮਤ ਪਰਕਾਸਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਉ ਮਹੋਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਏਕ ਓੰਕਾਰ ਸਤਿਗੁਰੂ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਨਾਸ਼ਨ ਸੋਏ। ਦੋਹਰਾ एक दिवस में दर दरियाओ, देखैर हित दीन सिपाओ। गोसल को नद में डुबक लगाई, एक पुरख तब दीन दिखाई। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ, ਗੁਰੂ ਸਵਾਰੇ, ਸਤਸੰਗੀ ਜਨੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਪਿਛਲੇ ਦਿਨੀ ਆਪਾਂ ਵਿਚਾਰਾਂ ਸਰਵਣ ਕਰ ਰਹੇ ਸੀ। ਇੱਕ ਫਕੀਰ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨਾਂ ਲਈ ਆਇਆ। ਇੱਕ ਫੁੱਲਾਂ ਦਾ ਬੁੱਕਾ ਗੁਲਦਸਤਾ ਉਸਨੇ ਸਤਿਗੁਰਾਂ ਦੇ ਹਜ਼ੂਰ ਭੇਟ ਕੀਤਾ। ਫਿਰ ਗੱਲਬਾਤ ਚੱਲਦੀ। ਕਹਿੰਦਾ ਮੈਂ ਮਹਾਰਾਜ ਇੱਕ ਦਿਨ ਦਰਿਆ ਦੇ ਵਿੱਚ ਇਸ਼ਨਾਨ ਕਰਨ ਲਈ ਪੈਰ ਪਾਇਆ, ਡੁਬਕੀ ਲਾਈ ਤੇ ਉੱਥੋਂ ਇੱਕ ਪੁਰਖ ਮੈਨੂੰ ਥੱਲੇ ਦੂਰ ਡੂੰਘਾ ਲੈ ਗਿਆ ਔਰ ਉਸ ਤੋਂ ਅੱਗੇ ਇੱਕ ਹੋਰ ਪੁਰਖ ਆਇਆ, ਉਹ ਮੈਨੂੰ ਅੱਗੇ ਲੈ ਗਿਆ। ਅੱਗੇ ਇੱਕ ਇਸਤਰੀ ਆਈ, ਨਾਰੀ ਆਈ, ਉਹ ਮੈਨੂੰ ਇੱਕ ਘਰ ਵਿੱਚ ਲੈ ਗਈ। ਮੰਦਰ ਕਹਿੰਦੇ ਆ ਘਰ ਨੂੰ। ਮੈਨੂੰ ਇੱਕ ਮੰਦਰ ਵਿੱਚ ਲੈ ਗਈ। ਗਾਹਾਂ ਇਸਨੇ ਕੀ ਦੇਖਿਆ ਇਹ ਵਿਚਾਰਾ ਹੁਣ ਆਪਾਂ ਆਰੰਭ ਕਰਕੇ ਸਰਵਣ ਕਰਦੇ ਹਾਂ। ਉਸ ਤੋਂ ਪਹਿਲਾਂ ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ एक दिवस में दर दरियाओ, देखे रेत दीन सिपाओ। ਇਹ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਇੱਕ ਦਿਨ ਮੈਂ ਦਰਿਆ ਵਿੱਚ ਇਸ਼ਨਾਨ ਕਰਨ ਦੇ ਲਈ ਗਿਆ ਔਰ ਜਦੋਂ ਹੀ ਮੈਂ ਇਸ਼ਨਾਨ ਕਰਨ ਲਈ ਦਰਿਆ ਦੇ ਵਿੱਚ ਵੜਿਆ गुसल को नद में डुबक लगाई, एक पुरख तब दीन दिखाई। ਔਰ ਮਹਾਰਾਜ ਮੈਂ ਇਸ਼ਨਾਨ ਕਰਨ ਲਈ ਜਦ ਪਾਣੀ ਦੇ ਵਿੱਚ ਡੁਬਕੀ ਲਾਈ ਤੇ ਅੱਗੇ ਮੈਨੂੰ ਇੱਕ ਪੁਰਖ ਮਿਲਿਆ ਜੀ। लेकर दूर गयो मुझ सोई, मन भरम खाब सम होई। ਔਰ ਮਹਾਰਾਜ ਮੈਨੂੰ ਏਦਾਂ ਲੱਗਿਆ ਜਿੱਦਾਂ ਮੈਨੂੰ ਕੋਈ ਸੁਪਨਾ ਆ ਰਿਹਾ, ਖਾਬ ਸੁਪਨਾ ਆ ਰਿਹਾ। ਮੈਂ ਹੈਰਾਨ ਹੋ ਗਿਆ। ਜਿਸ ਤਰ੍ਹਾਂ ਇਹ ਵੀ ਆਪਾਂ ਸੁਣਿਆ ਨਾ ਕਿ ਜਦੋਂ ਧੰਨ ਗੁਰੂ ਨਾਨਕ ਦੇਵ ਜੀ ਬੇਈ ਨਦੀ ਵਿੱਚ ਡੁਬਕੀ ਲਾਉਂਦੇ ਆ ਇੱਕ ਦਿਨ ਇਸ਼ਨਾਨ ਕਰਨ ਲਈ, ਤੇ ਉਹਨਾਂ ਨੂੰ ਜਿਹੜਾ ਹੈ ਜਲ ਦੇਵਤਾ ਹਾਜ਼ਰ ਹੋ ਕੇ ਬੇਨਤੀ ਕਰਦਾ ਕਿ ਆਪ ਜੀ ਨੂੰ ਅਕਾਲ ਪੁਰਖ ਨੇ ਬੁਲਾਇਆ, ਐਟੇ ਟਾਈਮ ਹੁਣੇ ਹੀ ਬੁਲਾਇਆ। ਤੇ ਉੱਥੋਂ ਹੀ ਪਾਤਸ਼ਾਹ ਜੀ ਜਲ ਦੇ ਵਿੱਚੋਂ ਹੀ ਅਲੋਪ ਹੋ ਗਏ ਤੇ 3 ਦਿਨਾਂ ਬਾਅਦ ਆਏ। ਖੈਰ ਮਨੋਬਿਰਤੀਆਂ ਉੱਥੇ ਰੱਖੀਏ। ਇਸੇ ਤਰ੍ਹਾਂ ਇਹ ਫਕੀਰ ਵੀ ਕਹਿੰਦਾ ਉਹ ਪੁਰਖ ਜਿਹੜਾ ਸੀ, ਭਾਵ ਮਨੁੱਖ ਜਿਹੜਾ ਸੀ ਦਰਿਆ ਦੇ ਵਿੱਚ ਸੀ ਕੋਈ,
ਉਹ ਮੈਨੂੰ ਲੈ ਗਿਆ ਤੇ ਮੈਨੂੰ ਸੁਪਨੇ ਦੀ ਤਰ੍ਹਾਂ ਅੱਗੇ ਤੋਂ ਅੱਗੇ ਦਿਸਣ ਲੱਗਿਆ ਜੀ। कहाँ पहुँच एक देखी दारा, जिसके तन में जीव हजारा। ਔਰ ਅੱਗੇ ਜਾ ਕੇ ਉਹ ਮੈਨੂੰ ਇੱਕ ਇਸਤਰੀ ਕੋਲ ਲੈ ਗਿਆ, ਜਿਸ ਇਸਤਰੀ ਦੇ ਸਰੀਰ ਵਿੱਚ ਮੈਂ ਹਜ਼ਾਰਾਂ ਹੀ ਜੀਵ ਦੇਖੇ ਹਨ। मंत्र अदर सो ले गए, मम सन्मान करत बहु भई। ਔਰ ਉਹ ਇਸਤਰੀ ਜਿਹੜੀ ਹੈ ਮੈਨੂੰ ਅੱਗੇ ਮੰਦਰ ਦੇ ਵਿੱਚ, ਮਕਾਨ ਦੇ ਵਿੱਚ ਲੈ ਗਈ, ਮੇਰਾ ਬੜਾ ਸਤਿਕਾਰ ਕੀਤਾ ਜੀ। पूजा कर अकौर मुझ दीना, पुनिक पुरख बिलोकन कीना। ਔਰ ਉਸਨੇ ਮੇਰੀ ਬੜੀ ਪੂਜਾ ਕੀਤੀ, ਸਤਿਕਾਰ ਕੀਤਾ। ਉੱਥੇ ਮੈਂ ਇੱਕ ਹੋਰ ਪੁਰਖ ਦੇਖਿਆ ਜੀ। बहु बाहु बहु बदन सुहेले, नागद पेटे मनो सपेले। ਔਰ ਉਸ ਦੇ ਸਰੀਰ ਦੇ ਉੱਤੇ ਬਹੁਤ ਸਾਰੀਆਂ ਬਾਹਾਂ ਹਨ, ਔਰ ਉਸ ਦੇ ਬਾਹਾਂ ਦੇ ਨਾਲ ਬਹੁਤ ਸਾਰੇ ਜਿਹੜੇ ਨਾਗ ਭਾਵ ਸੱਪ ਲਿਪਟੇ ਹੋਏ ਹਨ। मोहे संग बोलियो सुख साई, मुझ ते कछु न जान्यो जाई। ਔਰ ਮੈਂ ਉਸ ਦੇ ਸਾਹਮਣੇ ਖੜ ਗਿਆ। ਉਹ ਸੁਖ ਸਾਈ, ਸੁਖ ਦੇਣ ਵਾਲਾ ਪੁਰਖ ਮੈਨੂੰ ਕੁਝ ਕਹਿਣ ਲੱਗਿਆ, ਪਰ ਮੈਨੂੰ ਉਹਦੀਆਂ ਗੱਲਾਂ ਦੀ ਸਮਝ ਨਹੀਂ ਆਈ। ਮਹਾਰਾਜ ਤੁਸੀਂ ਸਮਝਾਉਣਾ ਕਰੋ ਜੀ। कहो तब मैं नहीं पहचानो, को तू कैसे करत बखानो। ਔਰ ਮੈਂ ਉਸ ਨੂੰ ਕਿਹਾ ਵੀ ਮੈਂ ਤੈਨੂੰ ਜਾਣਦਾ ਨਹੀਂ, ਤੂੰ ਕੌਣ ਹੈ ਤੇ ਮੈਨੂੰ ਕਿਉਂ ਇੱਥੇ ਲੈ ਕੇ ਆਂਦਾ ਗਿਆ ਹੈ, ਤੂੰ ਕਿਉਂ ਕੀ ਕਹਿ ਰਿਹਾ, ਮੈਨੂੰ ਸਮਝ ਨਹੀਂ ਆਉਂਦੇ ਜੀ। सुन कर कहो संदेशा रूरा, 10वें पातशाह गुरपुरा। ਤੇ ਮਹਾਰਾਜ ਉਸ ਨੇ ਮੈਨੂੰ ਇੱਕ ਸੁਨੇਹਾ ਦਿੱਤਾ ਕਿ ਜੋ ਮਾਤਲੋਕ ਦੇ ਵਿੱਚ 10ਵਾਂ ਗੁਰੂ ਨਾਨਕ ਦੀ ਗੱਦੀ ਦਾ ਵਾਰਿਸ ਪੂਰਾ ਗੁਰੂ ਹੈ। तेरे डिग पांचो करो बतावना, 9 करोड़ अर लाख बचावना। ਤੈਨੂੰ ਇੰਨੀ ਕੁ ਤਾਂ ਸਮਝ ਆਉਂਦੀ ਹੋਊਗੀ, ਚਲ ਮੇਰੀਆਂ ਗੱਲਾਂ ਤੈਨੂੰ ਸਮਝ ਨਹੀਂ ਆਉਂਦੀ, ਛੱਡ ਤੂੰ ਜਾ ਕੇ 10ਵੇਂ ਗੁਰੂ ਨੂੰ ਸਾਡਾ ਇਹ ਸੁਨੇਹਾ ਦੇ ਦੇਈਂ ਕਿ ਤੁਹਾਡਾ 9 ਕਰੋੜ 55 ਲੱਖ गर्भ तुम्हारो अब को तरे हो, मोहे पार जाके दिग परियो। ਦਰਬ ਹੁੰਦਾ ਖਜ਼ਾਨਾ, ਦਰਬ ਦੇ ਵਿੱਚ ਖਜ਼ਾਨੇ ਵਿੱਚ ਹੀਰੇ ਜਵਾਹਰ ਸੋਨਾ ਚਾਂਦੀ ਸਭ ਕੁਝ ਆ ਜਾਂਦਾ ਹੈ। ਭਾਰਜਾ ਹੁੰਦੀ ਹੈ ਇਸਤਰੀ। ਉਹ ਪੁਰਖ ਕਹਿ ਰਿਹਾ ਹੈ ਕਿ ਤੁਹਾਡਾ 9 ਕਰੋੜ 55 ਲੱਖ ਦਾ ਜਿਹੜਾ ਖਜ਼ਾਨਾ ਹੈ ਉਹ ਮੇਰੀ ਇਸਤਰੀ ਦੇ ਕੋਲ ਰੱਖਿਆ ਗਿਆ ਹੈ, ਜਿਹੜਾ ਹੁਣ ਤੁਸੀਂ ਰੱਖਿਆ ਹੈ। 10 करोड़ अर 70 लाखा, दूती भार जाके दिग राखा। 10 ਕਰੋੜ ਤੇ 70 ਲੱਖ ਦਾ ਖਜ਼ਾਨਾ ਮੇਰੀ ਦੂਜੀ ਇਸਤਰੀ ਕੋਲ ਪਿਆ ਹੈ। प्रथम देखो तरियो तुम्हारो, क्यों कर तिसकी बात उचारो। ਔਰ ਪਿਛਲੇ ਜਾਮੇ ਦੇ ਵਿੱਚ ਤੁਸੀਂ ਰੱਖਿਆ ਸੀ, ਉਹ ਮੇਰੀ ਦੂਜੀ ਇਸਤਰੀ ਕੋਲ ਪਿਆ। ਜਿਵੇਂ ਗੰਗਾ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਬਚਪਨ ਵਿੱਚ ਕੰਗਣ ਸਿੱਟਿਆ ਤੇ ਬੱਚਿਆਂ ਨੇ ਸਾਥੀਆਂ ਨੇ ਦੱਸਤਾ ਵੀ ਇਹਨਾਂ ਨੇ ਕੰਗਣ ਦਰਿਆ ਵਿੱਚ ਸਿੱਟ ਦਿੱਤਾ, ਤੇ ਮਾਤਾ ਗੁਜਰੀ ਜੀ ਉੱਥੇ ਲੱਭਣ ਵਾਸਤੇ ਆਉਂਦੇ ਆ, 10 ਪੁੱਤ ਕਿੱਥੇ ਸਿੱਟਿਆ, ਮੈਂ ਕਢਾਵਾਂ ਉਸ ਨੂੰ ਟੋਭਿਆਂ ਤੋਂ। ਪਾਤਸ਼ਾਹ ਨੇ ਦੂਜਾ ਕੰਗਣ ਵੀ ਲਾਇਆ, ਬਾਂਹ ਚੋਂ ਚਲਾ ਕੇ ਮਾਰਿਆ, ਕਹਿੰਦੇ ਉੱਥੇ ਜੇ ਸਿੱਟਿਆ। ਕਹਿੰਦੇ ਇਹ ਕੀ ਕਰਤਾ, ਦੂਜਾ ਵੀ ਸਿੱਟਤਾ। ਕਹਿੰਦੇ ਨਹੀਂ ਨਹੀਂ ਬੇਬੇ, ਇਹ ਮੈਂ ਆਪਣੇ ਸਿੱਖਾਂ ਨੂੰ ਪਾਣੀ ਗੰਗਾ ਦਾ ਮੁੱਲ ਲੈ ਕੇ ਦੇਤਾ, ਹੁਣ ਜਿੱਥੇ ਮੇਰਾ ਸਿੱਖ ਜਾਊਗਾ ਪਾਣੀ ਪਿੱਛੇ ਜਾਊਗਾ। ਕੋ ਸਤਿਨਾਮ, ਇਹ ਬਖਸ਼ ਹੈ ਸਤਿਗੁਰਾਂ ਦੀਆਂ, ਇਹ ਬਚਪਨ ਦੀ ਖੇਡ ਹੈ। ਹੁਣ ਆਹ ਸਤਿਗੁਰਾਂ ਦੇ ਕਹਿੰਦੇ ਪਿਛਲੇ ਜਾਮੇ ਦੀ ਖੇਡ ਦੱਸ ਰਿਹਾ ਹੈ ਫਕੀਰ। ਕਹਿੰਦਾ ਮੈਨੂੰ ਇਹ ਸੁਨੇਹਾ ਮਿਲਿਆ ਬਈ ਜਾ ਕੇ ਦੱਸ ਦੀ, ਤੁਹਾਡਾ 9 ਕਰੋੜ 55 ਲੱਖ ਮੇਰੀ ਇੱਕ ਇਸਤਰੀ ਕੋਲ ਪਿਆ ਤੇ 10 ਕਰੋੜ 70 ਲੱਖ ਦੂਜੀ ਇਸਤਰੀ ਕੋਲ ਪਿਆ। 19 करोड़ पैसा वादे सहत लीजिए सो अब। ਇਹ ਤੁਹਾਡਾ 19-20 ਕਰੋੜ ਜਿਹੜਾ ਖਜ਼ਾਨਾ ਹੈ ਮੇਰੇ ਕੋਲ ਪਿਆ ਲੰਬੇ ਸਮੇਂ ਤੋਂ। ਇਹਦਾ ਵਾਧਾ ਭਾਵ ਜੋ ਇਹਦਾ ਵਿਆਜ ਬਣਦਾ ਹੈ ਉਹ ਵੀ ਤੁਹਾਡਾ ਬਹੁਤ ਵੱਧ ਗਿਆ ਹੈ, ਤੇ ਕਿਰਪਾ ਕਰਕੇ ਹੁਣ ਆਪਦਾ ਖਜ਼ਾਨਾ ਮੈਥੋਂ ਵਾਪਸ ਲੈ ਲਓ ਜੀ। ऐसा धन को लीजिए देश, चाहो तुसी जहले हो अशीष। ਚਾਹੇ ਇਸ ਧਨ ਦੇ ਵੱਟੇ ਸਾਰਾ ਦੇਸ਼ ਲੈ ਲਓ, ਚਾਹੇ ਤੁਸੀਂ
ਜਿਵੇਂ ਚਾਹੋ ਇਹ ਹਿਸਾਬ ਕਿਤਾਬ ਕਰ ਲਓ ਵੀ ਆਪਦਾ ਖਜ਼ਾਨਾ ਸਾਂਭੋ ਜੀ, ਇਹ ਤੁਹਾਡਾ ਰੱਖਿਆ ਪਿਆ ਮੇਰੇ ਕੋਲ। ਦੇਨਦਾਰ ਮੈਂ ਰਾਵਰ ਇਹੋ, ਜਹ ਜਬ ਚਾਹੋ ਤਹ ਤਬ ਲੇਹੋ। ਔਰ ਮੈਂ ਤੁਹਾਡਾ ਦੇਣਦਾਰ ਹਾਂ, ਮੇਰੇ ਕੋਲੇ ਤੁਹਾਡੀ ਇਹ ਅਮਾਨਤ ਪਈ ਆ 20 ਕਰੋੜ ਦੀ, ਔਰ ਤੁਸੀਂ ਇਹ ਸਾਰਾ ਖਜ਼ਾਨਾ ਮੇਰੇ ਕੋਲੋਂ ਲੈਣਾ ਕਰੋ, ਜਿੱਥੇ ਚਾਹੋਗੇ ਮੈਂ ਉੱਥੇ ਪਹੁੰਚਾ ਦਿਆਂਗਾ। ਹਸ ਕਰ ਸ਼੍ਰੀ ਪ੍ਰਭ ਗਿਰਾ ਅਲਾਈ, ਭਲਾ ਫਕੀਰ ਭਲਾ ਸੁਨ ਸਾਈ। ਬਾਬਾ ਜੀ ਹੱਸ ਪਏ, ਇਹ ਗੁੱਝੀਆਂ ਰਮਜਾਂ ਹਨ। ਸਤਿਗੁਰੂ ਜਾਣ ਗਏ ਉਸ ਦੇ ਇਸ ਸੁਨੇਹੇ ਨੂੰ ਸਮਝ ਗਏ। ਫਕੀਰ ਨੂੰ ਕਹਿਣ ਲੱਗੇ ਭਲਾ ਜੀ ਭਲਾ ਫਕੀਰ, ਸਾਈਂ ਦੇ ਆ ਭਲਾ। ਜਾਨ ਲੀਨ ਹਮ ਸਰਬ ਸੰਦੇਸ਼ਾ, ਸਮਝਿਓ ਪਾਛਲ ਪ੍ਰਥਮ ਅਸ਼ੀਸ਼ਾ। ਔਰ ਮੈਂ ਸਮਝ ਗਿਆ ਜਿਹੜਾ ਤੈਨੂੰ ਸੁਨੇਹਾ ਉਹਨੇ ਦਿੱਤਾ ਹੈ, ਪਿਛਲਾ ਵੀ ਤੇ ਹੁਣ ਵਾਲਾ ਵੀ। ਸੁਨ ਫਕੀਰ ਹੋਏ ਦੀਨ ਬਖਾਨੈ, ਜਾਹਰ ਕਰੋ ਜਥਾ ਹਮ ਜਾਣੈ। ਫਕੀਰ ਕਹਿੰਦਾ ਜੀ ਇਹੀ ਤਾਂ ਗੱਲ ਉਹਨੇ ਕਹੀ ਸੀ, ਮੈਨੂੰ ਉੱਥੇ ਸਮਝ ਨਹੀਂ ਆਈ, ਉਹੀ ਗੋਲਮੋਲ ਜੀ ਤੁਸੀਂ ਕਰਤੀ। ਕੋ ਸਤਿਨਾਮ। ਮੈਨੂੰ ਸਮਝਾਓ ਵੀ ਇਹਦਾ ਕਾਰਨ ਕੀ ਹੈ, ਮੈਨੂੰ ਚੰਗੀ ਤਰ੍ਹਾਂ ਸਮਝਾਓ। ਉਹਨੇ ਵੀ ਕਹਿਤਾ ਜਾ ਕੇ ਗੁਰੂ ਸਾਹਿਬ ਨੂੰ ਕਹਿ ਦੀ, ਤੇ ਤੁਸੀਂ ਵੀ ਕਹਿਤਾ ਮੈਂ ਸਮਝ ਲਿਆ, ਸਾਨੂੰ ਵੀ ਤਾਂ ਸਮਝਾਓ ਨਾ। ਕਹਾ ਨਾ ਭੇਦ ਪਛਾਨਿਓ ਕੋਈ, ਇਹਾ ਆਪ ਪਾਖੀ ਰਖ ਗੋਈ। ਉਥੋਂ ਵੀ ਸਮਝ ਨਹੀਂ ਆਈ, ਇੱਥੇ ਵੀ ਤੁਸੀਂ ਗੋਈ ਹੁੰਦਾ ਗੁਪਤ ਕਰਤੀ, ਇੱਥੇ ਵੀ ਗੱਲ ਗੁਪਤ ਕਰ ਦਿੱਤੀ ਆ। ਤਾਹਾ ਖਾਬ ਸਭ ਕਛੁ ਨ ਜਾਣਾ, ਕੁਛ ਮੇਰੋ ਬਸ ਚਲਿਓ ਨ ਸਿਆਣਾ। ਉਹ ਸਮਾਂ ਤਾਂ ਮੇਰਾ ਸੁਪਨੇ ਦੀ ਨਿਆਈ ਲੰਘ ਗਿਆ, ਜਿਵੇਂ ਬੰਦੇ ਨੂੰ ਸੁਪਨਾ ਆਉਂਦਾ, ਸੁਪਨਾ ਟੁੱਟ ਜਾਵੇ ਫਿਰ ਸਮਝ ਨਹੀਂ ਆਉਂਦੀ ਵੀ ਇਹ ਕੀ ਹੋਇਆ, ਕੀ ਸੀਗਾ, ਕਿੱਧਰ ਗਿਆ। ਹੁਣ ਤੁਸੀਂ ਤਾਂ ਪ੍ਰਤੱਖ ਬੈਠੇ ਹੋ ਨਾ, ਤੁਸੀਂ ਤਾਂ ਸਮਝਾ ਦਿਓ। ਤੁਮ ਅਬ ਕਰਨਾ ਕਰ ਸਮਝਾਵੋ, ਕਹਾ ਬਾਤੇ ਸਕਲ ਬਤਾਵੋ। ਇਹ ਕੀ ਸੁਨੇਹਾ ਹੈ, ਇਹ ਕੀ ਗੱਲ ਹੈ, ਇਹ ਕਿਹੜਾ ਖਜ਼ਾਨਾ ਹੈ, ਸਾਨੂੰ ਸਾਰੀ ਗੱਲ ਦੱਸਣੀ ਕਰੋ। ਫਕੀਰ ਨਾਲ ਗੱਲਾਂ ਹੋ ਰਹੀਆਂ, ਕੋਲ ਖਾਲਸਾ ਪੰਥ ਸਿੰਘ ਸੰਗਤਾਂ ਵੀ ਬੈਠੀਆਂ ਹਨ। ਬਿਨੇ ਸੁਣਤ ਸਤ ਗੁਰੂ ਚਾਰੀ, ਪੁਰਖ ਅਦੁੱਤ ਸਤ ਦਰਬ ਸੋ ਨਾਰੀ। ਸੁਣ ਲਾ, ਪੁਰਖ ਜਿਹੜਾ ਦਰਿਆ ਜਿਹਦੇ ਵਿੱਚ ਤੂੰ ਉਤਰਿਆ ਨਹਾਉਣ ਵਾਸਤੇ, ਉਹ ਦਰਿਆ ਹੈ, ਉਹ ਪੁਰਖ ਹੈ। ਔਰ ਸਤਲੁਜ ਹੈ ਜਿਹੜਾ, ਇਹ ਉਸ ਦੀ ਇਸਤਰੀ ਹੈ। ਦੂਜੀ ਗੋਦਾਵਰੀ ਸੋਦਾਰਾ, ਤੀਨੋਂ ਸਨੇਹਾ ਤੋਹਿ ਉਚਾਰਾ। ਦਰਿਆ ਦੀ ਦੂਜੀ ਇਸਤਰੀ ਹੈ ਗੋਦਾਵਰੀ ਨਦੀ, ਜਿੱਥੇ ਪਾਤਸ਼ਾਹ ਨੇ ਹੀਰਾ ਸਿੱਟਿਆ ਸੀਗਾ ਬਹਾਦਰ ਸ਼ਾਹ ਦਾ, ਤੇ ਉਹਨੇ ਕਿਹਾ ਸੀਗਾ ਮਹਾਰਾਜ ਐਡਾ ਕੀਮਤੀ ਹੀਰਾ। ਪਾਤਸ਼ਾਹ ਕਹਿੰਦੇ ਅੱਛਾ ਕੀਮਤੀ ਸੀ, ਕੱਢ ਲਾ, ਇੱਥੇ ਪਿਆ ਹੋਣਾ। ਹੱਥ ਮਾਰਿਆ, ਲੱਪ ਭਰ ਗਿਆ 5-10 ਹੀਰਿਆਂ ਦੇ ਨਾਲ। ਪਾਤਸ਼ਾਹ ਕਹਿੰਦੇ ਆਪਦਾ ਚੱਕ ਲੈ, ਬਾਕੀ ਵਿੱਚੇ ਸਿੱਟਦੇ, ਸਾਡਾ ਖਜ਼ਾਨਾ ਹੈ। ਤਾਂ ਇੱਥੇ ਜਿਹੜੀਆਂ ਇਸਤਰੀਆਂ ਕਿਹਾ ਗਿਆ ਹੈ, ਇਹ ਸਤਲੁਜ ਨਦੀ ਨੂੰ, ਇਹ ਗੋਦਾਵਰੀ ਨਦੀ ਨੂੰ ਕਿਹਾ ਗਿਆ। ਅਸਲ ਦੇ ਵਿੱਚ ਇਹ ਸਤਿਗੁਰਾਂ ਨੇ ਆਪਣੇ ਖਜ਼ਾਨੇ ਬਣਾਏ ਹੋਏ ਹਨ। ਔਰ ਜਿਸ ਤਰ੍ਹਾਂ ਸਤਿਗੁਰਾਂ ਨੇ ਆਪਣੇ ਸਾਹਮਣੇ ਪਿਛਲੇ ਦਿਨੀ ਆਪਾਂ ਕਥਾ ਸਰਵਣ ਕੀਤੀ, ਕਿੰਨਾ ਖਜ਼ਾਨਾ ਸਤਲੁਜ ਕਿਨਾਰੇ ਨੱਪਿਆ, ਟੋਹਾ ਪੱਟ ਕੇ ਉਹਦੇ ਵਿੱਚ ਦਬਾ ਦਿੱਤਾ। ਇਹ ਪਤਾ ਨਹੀਂ ਗਾਹਾਂ ਸਤਲੁਜ ਰੋੜ ਕੇ ਕਿਤੇ ਹੋਰ ਲੈ ਗਿਆ। ਸਾਰੀ ਰਾਤ ਪਹਾੜੀਏ ਲੱਭਦੇ ਰਹੇ, ਉਹਨਾਂ ਨੂੰ ਕੁਝ ਨਹੀਂ ਮਿਲਿਆ ਉੱਥੋਂ। ਕੋ ਸਤਨਾਮ। ਇਸੇ ਤਰ੍ਹਾਂ ਹੀ ਪਾਤਸ਼ਾਹ ਕਹਿੰਦੇ ਫਕੀਰ ਜੀ, ਅਸਲ ਵਿੱਚ ਜਿਹੜਾ ਦਰਿਆ ਹੈ ਉਹ ਮਹਾਂਪੁਰਖ ਹੈ, ਉਹ ਤੈਨੂੰ ਅੰਦਰ ਲੈ ਗਿਆ। ਔਰ ਅੱਗੇ ਜਾ ਕੇ ਜਿਹੜੀ ਉਹ ਇਸਤਰੀ ਸੀ, ਉਹ ਸਤਲੁਜ ਦਰਿਆ ਸੀਗਾ, ਜਿਹਦੇ ਵਿੱਚ ਅਨੇਕਾਂ ਜੀਵ ਜੰਤੂ ਵਸਦੇ ਹੈ। ਤੂੰ ਇਸਤਰੀ ਦੇ ਸਰੀਰ ਵਿੱਚ ਕਈ ਜੀਵ ਜੰਤੂ ਵੇਖੇ? ਕਹਿੰਦੇ ਹਾਂ ਜੀ, ਇਹ ਸਤਲੁਜ ਨਦੀ ਵਿੱਚ ਵਸਦੇ ਹਨ। ਔਰ ਜਿਹੜਾ ਤੇਰਾ ਉਹਨੇ ਸਤਿਕਾਰ ਕੀਤਾ, ਪਿਆਰ ਕੀਤਾ ਸਾਡੇ ਕਰਕੇ, ਔਰ ਤੈਨੂੰ ਜਿਹੜਾ ਇਹ ਸੁਨੇਹਾ ਦਿੱਤਾ, ਇਹ ਦੋ ਨਦੀਆਂ ਤੇ ਦਰਿਆ ਦਾ ਸੁਨੇਹਾ ਹੈ। ਸੋ ਦੇਖਾ ਹਮ ਸਮਝੀ ਸਾਰਾ, ਦਰਬ ਇਕੱਤਰ ਜੋ ਧਰੇ ਉਦਾਰਾ। ਸਾਨੂੰ ਉਹਨੇ ਸੁਨੇਹਾ ਭੇਜਿਆ ਕਿ ਤੁਹਾਡਾ ਇੰਨਾ ਖਜ਼ਾਨਾ ਮੇਰੇ ਕੋਲ ਜਮਾ ਹੋ ਗਿਆ। ਉਹਨੇ ਐਵੇਂ ਨਹੀਂ ਸਿਰ ਦਿੱਤਾ ਦਰਿਆ ਦੇ ਵਿੱਚ, ਸਤਿਗੁਰਾਂ ਨੇ ਵਾਕਿਆ ਸੰਭਾਲ ਕੇ ਰੱਖਿਆ ਹੋਇਆ। ਕੋ ਸਤਨਾਮ। ਔਰ ਗੁਰੂ ਪਿਆਰਿਓ, ਸਤਿਗੁਰ ਪਾਤਸ਼ਾਹ ਜੀ ਕਹਿੰਦੇ ਅਸੀਂ ਉਸ ਦੀ ਗੱਲ ਸਮਝ ਗਏ ਆ। ਇਹਨਾਂ ਦੋਹਾਂ ਹੀ ਨਦੀਆਂ ਵਿੱਚ, ਉਹ ਕਹਿੰਦੇ ਮੇਰੀਆਂ ਦੋਨਾਂ ਇਸਤਰੀਆਂ ਕੋਲੇ ਖਜ਼ਾਨਾ ਪਿਆ, ਭਾਵ ਇਹਨਾਂ ਦੋਨਾਂ ਨਦੀਆਂ ਵਿੱਚ ਸਾਡਾ ਖਜ਼ਾਨਾ ਪਿਆ ਹੈ। ਸਿੱਖ ਪੁੱਤਰਾ ਕੋਲੇ ਹਮਦੈ ਹੈ, ਜਬੇ ਪੰਥ ਜਗ ਮੇ ਬਿਰਦੇ ਹੈ। ਇਹ ਕਾਹਦੇ ਵਾਸਤੇ ਰੱਖੇ ਹੈ? ਉਹ ਮੈਨੂੰ ਕਹਿੰਦਾ ਆਪਦਾ ਖਜ਼ਾਨਾ ਲੈ ਲਓ, ਔਰ ਮੈਂ ਇਹ ਖਜ਼ਾਨਾ ਉਦੋਂ ਲਊਂਗਾ ਜਦੋਂ ਮੇਰਾ ਖਾਲਸਾ ਪੰਥ ਸੰਸਾਰ ਵਿੱਚ ਫੈਲ ਜਾਵੇਗਾ ਪੂਰਾ।
ਤੇ ਸੰਸਾਰ ਦੇ ਲੋਕਾਂ ਨੂੰ ਕਿੱਥੇ ਸਮਝ ਆਉਣੀ ਆ, ਫਕੀਰ ਨੂੰ ਸਮਝ ਨਹੀਂ ਆ ਰਹੀ ਸੀ ਗੱਲ ਦੀ। ਤੇ ਆ ਸਰਕਾਰਾਂ ਪੁੱਛਦੀਆਂ ਆ ਖਾਲਸਾ ਏਡ ਵਾਲੇ, ਆ ਕਿਸਾਨ ਮੇਲੇ ਵਿੱਚ ਲੰਗਰ ਚਲਾਉਣ ਵਾਲਿਆਂ ਕੋਲੋਂ ਬਾਹਰੋਂ ਪੈਸਾ ਆ ਰਿਹਾ ਹੈ, ਕੋ ਸਤਨਾਮ। ਆ ਗੁਰੂ ਗੋਬਿੰਦ ਸਿੰਘ ਇਹ ਸਿੱਖਾਂ ਨੂੰ ਦੇ ਰਿਹਾ ਹੈ, ਕੋ ਸਤਨਾਮ। ਖਾਲਸਾ ਏਡ ਦੇ ਵਿੱਚ ਕੀ ਕੁਝ ਵੰਡਿਆ ਤੁਸੀਂ ਖਬਰਾਂ ਸੁਣੀਆਂ? ਕਿਸਾਨਾਂ ਨੂੰ ਟਰੈਕਟਰ ਵੀ ਵੰਡੇ ਗਏ। ਇੱਕ ਪਿੰਡ ਦੇ ਵਿੱਚ ਮਾਰ ਪਈ ਤੇ ਉੱਥੇ ਲੋਕਾਂ ਨੂੰ ਮੱਝਾਂ ਵੀ ਵੰਡੀਆਂ ਗਈਆਂ, ਦੁੱਧ ਵਾਲੀਆਂ, ਕਈ ਲੱਖ ਦੀਆਂ। ਭਾਵ ਮੇਰੇ ਪ੍ਰੀਤਮ ਜੀ ਕਹਿ ਰਹੇ ਨੇ ਸਮਾਂ ਆਵੇਗਾ, ਹਜੇ ਵੀ ਖਜ਼ਾਨਾ ਪੂਰਾ ਕੱਢਿਆ ਨਹੀਂ ਉਹ, ਇਹ ਤਾਂ ਉਹਦਾ ਵਿਆਜ ਹੀ ਚੱਲੀ ਜਾਂਦਾ ਮੈਨੂੰ ਲੱਗਦਾ, ਕੋਈ ਸਤਨਾਮ। ਕਹਿੰਦੇ ਜਦੋਂ ਸਮਾਂ ਆਵੇਗਾ ਸਿੱਖਾਂ ਪੁੱਤਰਾਂ को हम ਲੈ ਦੇ हैं, ਇਹ ਖਜ਼ਾਨਾ ਮੈਂ ਆਪਣੇ ਖਾਲਸੇ ਪੰਥ ਵਾਸਤੇ ਰੱਖਿਆ ਹੈ। ਜਦੋਂ ਪੰਥ ਜੱਗ ਵਿੱਚ ਵੱਧ ਜਾਵੇਗਾ, ਰਾਜ ਕਰਨ ਕੀ ਲਾਇਕ ਹੋਵੇ, ਆਪਣੀ ਤੇ ਦੁਸ਼ਟਨ ਕੇ ਖੋਵੇ। ਔਰ ਜਦੋਂ ਇਹ ਮੇਰਾ ਖਾਲਸਾ ਪੁੱਤਰ ਤਕੜਾ ਹੋ ਗਿਆ, ਖਾਲਸਾ ਪੰਥ ਇਸ ਧਰਤੀ ਤੋਂ ਦੁਸ਼ਟਾਂ ਦਾ ਖਾਤਮਾ ਕਰ ਦੇਵੇਗਾ। ਤਿੰਨ ਮੇ ਇੱਕ ਸਿੱਖ ਹੈ ਵਪਾਰਾ, ਤਿਸ ਹੱਥੀ ਦੇਖਾ ਹੋਏ ਸਾਰਾ। ਉਦੋਂ ਫਿਰ ਮੇਰਾ ਇੱਕ ਐਸਾ ਤਕੜਾ ਸਿੱਖ ਆਵੇਗਾ ਜਿਹਦੇ ਹੱਥੀਂ ਇਹ ਸਾਰਾ ਖਜ਼ਾਨਾ ਲਾਇਆ ਜਾਵੇਗਾ। ਸੋ ਦੇਵੇ ਨਿਜ ਮਾਤਾ ਸਹਿਤ, ਸਮਝਾਵੇਗੇ ਲਿਖਾ ਹੈ ਮਹਿਤ। ਔਰ ਉਹ ਮਾਤਾ ਸਮੇਤ ਲੈ ਲਵੇਗਾ। ਮਾਤਾ ਕੀ ਹੈ? ਧਰਤੀ। ਉਹ ਕਹਿ ਰਹੀ ਹੈ ਨਾ ਦਰਿਆ, ਚਾਹੇ ਮੈਥੋਂ ਦੇਸ਼ ਲੈ ਲਓ, ਚਾਹੇ ਖਜ਼ਾਨਾ ਲੈ ਲਓ, ਜਿਵੇਂ ਮਰਜ਼ੀ ਕਰ ਲਓ, ਮੇਰਾ ਖਾਲਸਾ ਪੰਥ ਹੈ ਜਿਹੜਾ ਜਦ ਤਕੜਾ ਹੋਵੇਗਾ, ਹਜੇ ਤਾਂ ਜਨਮ ਹੋਇਆ ਇਹਦਾ, ਕੁੰਡਲੀਆ ਸ਼ਮਸ਼ੇਰ ਖਾਲਸਾ, ਜਦੋਂ ਇਹ ਤਕੜਾ ਹੋਵੇਗਾ ਮੈਂ ਇਹਨੂੰ ਧਰਤੀ ਵੀ ਲੈ ਕੇ ਦੇਵਾਂਗਾ ਰਾਜ ਕਰਨ ਵਾਸਤੇ ਸਾਰੀ, ਔਰ ਖਜ਼ਾਨਾ ਵੀ ਦੇਵਾਂਗਾ। ਇਸੇ ਹੇਤ ਦਵੈ ਬਾਰ ਉਚਾਰਾ, ਭਲਾ ਭਲਾ ਜੀ ਜਾਣਿਓ ਸਾਰਾ। ਤੇ ਇੱਥੋਂ ਸੁਨੇਹਾ ਸੁਣ ਕੇ ਮੈਂ ਉਸ ਨੂੰ ਜਵਾਬ ਦਿੱਤਾ, ਭਲਾ ਜੀ ਭਲਾ, ਠੀਕ ਹੈ ਕੋਈ ਨਹੀਂ, ਮੇਰਾ ਸੁਨੇਹਾ ਪਹੁੰਚ ਗਿਆ ਉਹਦੇ ਕੋਲੇ, ਤੂੰ ਸੁਨੇਹਾ ਮੈਨੂੰ ਸੁਣਾਤਾ, ਮੇਰਾ ਜਵਾਬ ਵੀ ਉਹਦੇ ਕੋਲ ਚਲਿਆ ਗਿਆ। ਇਸ ਕਰਕੇ ਮੈਂ 2 ਵਾਰੀ ਭਲਾ ਜੀ ਕਹਿਣਾ ਕੀਤਾ ਹੈ। ਹੈਗਾ ਸੱਚ ਫਕੀਰੇ ਸਾਈਂ, ਸਭ ਹਮ ਸਮਝਿਓ ਜਥਾ ਬਤਾਈ। ਇੰਨਾ ਹੀ ਖਜ਼ਾਨਾ ਹੈ ਜਿੰਨਾ ਉਸਨੇ ਦੱਸਿਆ ਤੈਨੂੰ, ਇਹ ਖਜ਼ਾਨਾ ਸਾਡਾ ਸਾਂਭਿਆ ਪਿਆ ਹੈ। ਜਿਸ ਤਰ੍ਹਾਂ ਪਾਤਸ਼ਾਹ ਜੀ ਗੁਰਦੁਆਰਾ ਟੇਕਰੀ ਸਾਹਿਬ ਨੰਦੇੜ ਸਾਹਿਬ ਦੇ ਇਲਾਕੇ ਦੇ ਵਿੱਚ, ਹਜੂਰ ਸਾਹਿਬ ਦੇ ਇਲਾਕੇ 'ਚ ਪਿਆ ਖਜ਼ਾਨਾ, ਉੱਥੇ ਹਜੇ ਵੀ ਉੱਥੇ ਸੇਵਾਦਾਰ ਬਿਠਾਏ ਸੀਗਾ, ਉਹਨਾਂ ਦੀਆਂ ਕੁੱਲਾਂ ਉੱਥੇ ਪਹਾੜੀ ਤੇ ਬੈਠੀਆਂ, ਗਾਂ ਦੀਆਂ ਬੈਠੀ ਜਾਂਦੀਆਂ। ਕਾਹਦੇ ਵਾਸਤੇ? ਕਹਿੰਦੇ ਸਾਡੇ ਵੱਡਿਆਂ ਨੂੰ ਗੁਰੂ ਸਾਹਿਬ ਕਹਿ ਗਏ ਸੀ ਵੀ ਖਜ਼ਾਨੇ ਦੀ ਨਿਗਾਹ ਰੱਖਿਓ। ਹੁਣ ਖਜ਼ਾਨਾ ਤਾਂ ਪਤਾ ਨਹੀਂ ਕਿੱਥੇ ਹੈ, ਪਰ ਅਸੀਂ ਡਿਊਟੀ ਨਿਭਾ ਰਹੇ ਹਾਂ। ਤੇ ਸਿੱਖ ਸੰਗਤਾਂ ਉਹਨਾਂ ਨੂੰ ਜਲ ਪਾਣੀ ਛਕਣ ਵਾਸਤੇ ਕੁਝ ਚੂਣ ਭੂਣ ਵੀ ਦੇ ਆਉਂਦੀਆਂ, ਕੋ ਸਤਨਾਮ। ਤੋ ਇਸ ਕਰਕੇ ਗੁਰੂ ਪਿਆਰਿਓ, ਸਤਿਗੁਰੂ ਪਾਤਸ਼ਾਹ ਜੀ ਨੇ ਜਿਸ ਵੇਲੇ ਬਰਾੜਾ ਨੇ ਸਤਿਗੁਰਾਂ ਦੀਆਂ ਘੋੜੇ ਦੀਆਂ ਬਾਗਾਂ ਰੋਕ ਲੀਆਂ, ਬਾਗਾਂ ਫੜ ਲੀਆਂ, ਕਹਿੰਦੇ ਜੀ ਸਾਨੂੰ ਤਨਖਾਹ ਦਿਓ, ਅਸੀਂ ਘਰਾਂ ਨੂੰ ਜਾਣਾ ਹੈ। ਪਾਤਸ਼ਾਹ ਕਹਿੰਦੇ ਕੋਈ ਗੱਲ ਨਹੀਂ, ਕੋਈ ਸੰਗਤ ਆਊਗੀ, ਖਜ਼ਾਨਾ ਆਊਗਾ, ਫਿਰ ਦੇ ਦਿਆਂਗੇ। ਦੇਖੋ ਕਹਿੰਦੇ ਨਾ ਜੀ ਨਾ, ਇਦੂਗਾ ਸਾਡੀ ਧਰਤੀ ਨਹੀਂ ਹੈਗੀ, ਸਾਡੀ ਹੱਦ ਨਹੀਂ ਹੈਗੀ, ਸਾਨੂੰ ਇੱਥੇ ਤਨਖਾਹ ਦਿਓ, ਅਸੀਂ ਤਾਂ ਘਰਾਂ ਨੂੰ ਜਾਣਾ ਹੈ। ਪਾਤਸ਼ਾਹ ਕਹਿੰਦੇ ਫਿਰ ਇੱਕ ਚੀਜ਼ ਮਿਲੂਗੀ, ਮੇਰੇ ਕੋਲ 2 ਚੀਜ਼ਾਂ, ਇੱਕ ਲੈ ਲਓ, ਚਾਹੇ ਤਨਖਾਹ ਲੈ ਲਓ, ਚਾਹੇ ਸਿੱਖੀ ਲੈ ਲਓ। ਬਰਾੜ ਕਹਿਣ ਲੱਗੇ, ਉਹ ਜਿਹੜੇ ਫੌਜੀ ਸਨ ਨਾਲ ਭਰਤੀ ਸਤਿਗੁਰਾਂ ਦੇ, ਕਹਿੰਦੇ ਜੀ ਸਿੱਖ ਤਾਂ ਅਸੀਂ ਹੈਗੇ ਆ, ਸਾਨੂੰ ਤਨਖਾਹ ਦਿਓ। ਕਹਿੰਦੇ ਐ ਨਹੀਂ, ਜਾਂ ਸਿੱਖੀ ਰਹੂਗੀ ਜਾਂ ਤਨਖਾਹ ਮਿਲੂਗੀ। ਕਹਿੰਦੇ ਸਾਨੂੰ ਤਨਖਾਹ ਦਿਓ ਜੀ, ਬਸ ਕੰਮ ਨਿਬੜੇਗਾ। ਪਾਤਸ਼ਾਹ ਜੀ ਨੇ ਕਹਿੰਦੇ ਉੱਥੇ ਖੜੇ ਇੱਕ ਤੀਰ ਕਮਾਨ ਤੇ ਚੜਾਇਆ ਤੇ ਆਕਾਸ਼ਾਂ ਨੂੰ ਛੱਡ ਦਿੱਤਾ। ਇੱਕ ਵਾਰੀ ਸਭ ਦੀਆਂ ਅੱਖਾਂ 'ਚ ਆ ਗਈਆਂ, ਐਸਾ ਪ੍ਰਕਾਸ਼ ਹੋਇਆ। ਜਦੋਂ ਅੱਖਾਂ ਖੋਲ੍ਹਦੇ ਆ ਸਾਰੇ ਤੇ ਕੀ ਵੇਖਦੇ ਆ? ਸਾਹਮਣੇ ਇੱਕ ਵਪਾਰੀ ਕੁਝ ਖੱਚਰਾਂ ਲਈ ਆ ਰਿਹਾ ਹੈ, ਕੋ ਸਤਨਾਮ। ਉਹ ਖੱਚਰਾਂ ਵਾਲਾ ਸਤਿਗੁਰਾਂ ਦੇ ਕੋਲ ਪਹੁੰਚ ਗਿਆ, ਆ ਕੇ ਪੈਰੀ ਪੈਂਦਾ, ਨਮਸਕਾਰ ਕਰਦਾ, ਮਹਾਰਾਜ ਸ਼ੁਕਰ ਹੈ ਤੁਸੀਂ ਅੱਜ ਖਜ਼ਾਨਾ ਮੰਗਿਆ, ਆ ਖਜ਼ਾਨਾ ਸਾਂਭੋ ਆਪਣਾ, ਕੋ ਸਤਨਾਮ। ਤੀਰ ਦੇ ਰਾਹੀਂ ਸੁਨੇਹਾ ਭੇਜਿਆ ਪਾਤਸ਼ਾਹ ਨੇ ਅਸਲ ਵਿੱਚ, ਮੈਂ ਸਾਨੂੰ ਖਜ਼ਾਨੇ ਦੀ ਲੋੜ ਹੈ, ਲਿਆ ਹੁਣ ਥੋੜਾ ਜਿਹਾ। ਤਾਂ ਆਹ ਖਜ਼ਾਨਾ ਮੈਂ ਆਪ ਜੀ ਲਈ ਲੈ ਆਇਆ, ਇਹਨੂੰ ਲਾ ਲਓ ਮਹਾਰਾਜ। ਕਹਿੰਦੇ ਲਾ ਲਾ ਇੱਥੇ। ਤੇ ਉੱਥੇ ਖੱਚਰਾਂ ਤੋਂ ਖੁਰਜੀਆਂ ਲਾਈਆਂ, ਢੇਰ ਲਾ ਲਿਆ, ਤੇ ਇੱਕ ਢਾਲ ਲੈ ਕੇ ਉਹ ਭਰ ਕੇ ਉਹਨਾਂ ਸਿਪਾਹੀਆਂ ਨੂੰ ਤਨਖਾਹ ਦੇ ਦਿੱਤੀ। ਔਰ ਉਸ ਤੋਂ ਬਾਅਦ ਪਾਉਂਦਿਆਂ ਭਾਈ ਦਾਨ ਸਿੰਘ ਜੀ, ਦਾਨ ਸਿੰਘ ਵਾਲਾ ਇਹ ਪਿੰਡ ਦਾ ਨਾਂ ਪਹਿਲਾਂ ਹੋਰ ਸੀਗਾ, ਇਹ ਦਾਨ ਸਿੰਘ ਵੀ ਬਰਾੜ ਸੀ, ਬਰਾੜਾਂ ਦੇ ਵਿੱਚੋਂ ਕਹਿੰਦਾ ਆ ਜਾ ਵੀ ਤੂੰ ਵੀ ਆ ਜਾ। ਪਾਤਸ਼ਾਹ ਕਹਿੰਦੇ
कहना महाराज मैं तो नहीं लेना। क्यों तू क्यों लेना, तेरे भरा लै गए सारे, तू भी लै जा। नहीं महाराज मैनू सिक्खी दे दिओ, मैं ये खजाना नहीं लेना। को सतनाम, और तू लै जा, तेरे भरा लै गए तू भी लै जा, ऐश कर। कहना महाराज सिक्खी बख्शो। 5-7 वारी पातशाह 3-4 वारी कहा, उन्हें ना माया लई ते पातशाह कहने शाबाश दान सिया, तू मालवे की सिक्खी रख ली, नहीं तो गई सी। को सतनाम। चलो बीज तो बचिया ना, जे बीज भी बच जाए तो फसल दोबारा फिर हो जाती है, बहुत सिक्खी फैलेगी। तो उस तो बाद वो बराड़ तनख्वाह लै गए तो कुछ खजाना बच गया। तो दान सिंह नूं कहंदे टोहा पट इत्थे, उत्थे टोहा पटाया गया दान सिंह दे कोलों, ते बचिया खजाना विच पा के मिट्टी पा दी। तो उतों पातशाह चल पे, मुड़ के बराड़ा ने बड़ा लभ्या वो खजाना, उतों भी नहीं लभ्या उन्होंने। को सतनाम। तो दान सिंह फिर सतगुरां नूं अपने पिंड लैके गया, महाराज साडे नगर चरण पाओ, हुण नेड़े तो आए हुए आपां मालवे दे इलाके च, ते नगर विच चरण पाओ। कहन लगे चल दान सिंह चलदे हैं। तो दान सिंह दे पिंड दे बाहर बाद जिथे गुरुद्वारा साहब बनिया फिरनी दान सिंह वाले पिंड च, इस स्थान पर जाके आसन ला ले। और गुरु प्यारे हो पातशाह कहते दान सिंह आए कर, फिर ते पिंड नूं तार दईए। हुण पिंड दे विच एक बंदा इहो जिहा भजन बंदगी वाला होवे ते पिंड तर जावे, जां पिंड वालिआं नूं कह के आ गुरु साहब आए न, दर्शन कर लो। ते इहने पिंड विच जाके होका देना शुरू किया। उदों पहलां पीपा खड़काउंदे सी ताकि लोग ध्यान करन, फिर गल दसदे सी। इहने पीपा खड़का के सारे पिंड विच सत्थां विच थां थां ते जाके कहा, ओए गुरु गोबिंद सिंह जी अपने पिंड आए न, चल के दर्शन कर लो। हुण वड्डी 3 फुट्टी तलवार पाई है, जंगा च तां आए आ मुक्तसर वाले पासिओं। तां गुरु प्यारिओ वड्डी तलवार पाई है सिंह दे, ते जिहड़े सत्थां 'च बैठे आ कुछ मजाकीए लोग, कुछ बेलड़ बेपरवाह लोग, वो कहते डाहा जा तू ही पाला, सानू लोड़ नहीं। को सतनाम। सी साहब नूं उन्हां ने इदां बोलिया, बड़ा इस नूं गुस्सा तो आया, पर पातशाह का हुक्म बजा के आ गया, ना कोई आया। दूजे दिन फिर पातशाह कहन लगे दान सिंह कोई आया नहीं, एक बारी होर सुनेहा दे आ। कहता रहन दिओ महाराज मैं नहीं जाना। नहीं नहीं जा तू मेरा हुक्म बजा के आया एक बारी। तो दान सिंह फिर गया, पिंड वाले ने फिर गौर ना की। तीजे दिन पातशाह कहन लगे दान सिंह कोई आया नहीं यार। कहने महाराज ये बेमुख लोग है, तुसीं छड्डो खड़ा इन्हां दा। कहते ना बस मेरा भी इरादा भी इन्हां नूं पार लाउणा ही लाउणा। एक बारी होर के आ, जे ना आए तो फिर मैं सद लूँगा। को सतनाम। तो गुरु प्यारो दान सिंह तीजी वार फिर कह के मुड़िया आ, ना कोई पहुँचिया। अखीर गुरु प्यारिओ चौथे पंजवें दिन की होया, पिंड विच नौजवान बच्चियां दी मौत होण लगी। को सतनाम। चान चाकी है जिवें करोना नाल मरे इटली विच आदि देशां 'च, आई बुखार चढ़दा माड़ा जिहा बंदा मर जांदा। चल एक मरिया कोई गौर ना कीती, हत्थ नूं 1-2 होर मर गए, दूजे दिन 2-4 होर मर गए। फिर सारे जे सी ना नंबरदार चौधरी सत्थां 'च बेलियां बैठ के खाण वाले वो भजे। कहने यार ये तो गुरु गोबिंद सिंह ने कुछ करता, आप पुट्ठा बोले सी। को सतनाम। चलो भज के आप माफ़ी मंगी। ये है कि वे लगातार ही बच्चे मरन लग पे, ते अखीर इकट्ठे होके आ गए। महाराज जी बैठे आ, आओ भाई मैं दर्शन करन आए हैं। असन तो हफ्ता हो गया आया नूं इत्थे। को सतनाम। सानू अज याद आया की बोलते सी दान सिंह नूं, डाहा जा तू ही पाई। फिर को सतनाम। ठीक है, ये डाहा ही आ मन नूं कंट्रोल करने वास्ते। मन वसे आवे नानका जे पूर्ण किरपा होए। ये मालवे की बोली आ, जिहड़ी मझ गां वाली भजदी है ना, ਉਹਦੇ गल ਵਿੱਚ कलमी ਲੱਕੜ ਲਮਕਾ ਦਿੰਦੇ ਆ 4-5 फुट ਦੀ, ਉਹਦੀਆਂ ਮੂਹਰਲੀਆਂ ਲੱਤਾਂ ਦੇ ਵਿਚਾਲੇ ਕਰਕੇ ਛੱਡਦੇ, ਫਿਰ ਭੱਜ ਨਹੀਂ ਸਕਦੀ ਉਹ। ਕੋ ਸਤਨਾਮ। ਪਾਤਸ਼ਾਹ ਜੀ ਕਹਿਣ ਲੱਗੇ ਮਹਾਰਾਜ ਕਿਰਪਾ ਕਰੋ। ਕਹਿੰਦੇ ਕਿਰਪਾ ਕੀ ਕਰੀਏ? ਕਹਿੰਦੇ ਜੀ ਪਿੰਡ ਵਿੱਚ ਮੌਤਾਂ ਹੀ ਚਾਨਚੱਕ ਹੋਣ ਲੱਗੀਆਂ, ਆ ਮਾੜਾ ਜਿਹਾ ਬੁਖਾਰ ਚੜ੍ਹਦਾ ਜਵਾਕ ਮਰ ਜਾਂਦੇ ਆ। ਬਾਬਾ ਜੀ ਹੱਸ ਕੇ ਕਹਿੰਦੇ ਤਾਂ ਹੀ ਮਰਨਗੇ ਹੁਣ। ਕੋ ਸਤਨਾਮ। ਕਹਿੰਦੇ ਨਾ ਮਹਾਰਾਜ ਗਲਤੀ ਹੋ ਗਈ, ਮਾਫੀ ਬਖਸ਼ੋ। ਕਹਿੰਦੇ ਮਾਫੀ ਤਾਂ ਹੁਣ ਅੰਮ੍ਰਿਤ ਛਕ ਕੇ ਇਹ ਕਿਰਪਾਨ ਪਾ ਕੇ ਹੀ ਮਿਲੂਗੀ। ਕੋ ਸਤਨਾਮ। ਜਿਸ ਕਿਰਪਾਨ ਨੂੰ ਤੁਸੀਂ ਗਲਤ ਬੋਲਿਓ ਇਹ ਤੁਹਾਨੂੰ ਪਾਉਣੀ ਪੈਣੀ ਆ। ਹੁਣ ਅੰਮ੍ਰਿਤਧਾਰੀ ਹੋਵੋ, ਅੰਮ੍ਰਿਤ ਛਕੋ, ਫਿਰ ਬਚੋਗੇ, ਨਹੀਂ ਤਾਂ ਫਿਰ ਮੈਂ ਨਹੀਂ ਕੁਛ ਕਰ ਸਕਦਾ। ਫਿਰ ਕਹਿੰਦੇ ਸਾਨੂੰ ਛੇਤੀ ਅੰਮ੍ਰਿਤ ਛਕਾਓ। ਫਿਰ ਕਹਿੰਦੇ ਪਾਤਸ਼ਾਹ ਜੀ ਨੇ ਉੱਥੇ
ਬਾਟੇ ਦੀ ਬਜਾਏ ਕੜਾਹਿਆਂ ਦੇ ਵਿੱਚ ਅੰਮ੍ਰਿਤ ਤਿਆਰ ਕੀਤਾ ਗਿਆ। ਕੋ ਸਤਨਾਮ। ਭਾਵ ਐਟੇ ਟਾਈਮ ਪਾਤਸ਼ਾਹ ਜੀ ਨੇ ਸਿੰਘਾਂ ਨੂੰ ਲਾ ਕਰਕੇ ਨਾਲ ਅੰਮ੍ਰਿਤ ਤਿਆਰ ਕਰਕੇ ਦਾਨ ਸਿੰਘ ਪਿੰਡ ਦੇ ਲੋਕਾਂ ਨੂੰ ਅੰਮ੍ਰਿਤ ਛਕਾਇਆ, ਗੁਰੂ ਵਾਲੇ ਬਣਾਇਆ। ਪਹਿਲਾ ਪਿੰਡ ਦਾ ਨਾਮ ਹੋਰ ਸੀ, ਫਿਰ ਦਾਨ ਸਿੰਘ ਦੇ ਨਾਮ ਤੇ ਪਿੰਡ ਦਾ ਨਾਮ ਦਾਨ ਸਿੰਘ ਵਾਲਾ ਰੱਖਿਆ ਗਿਆ। ਕੋ ਸਤਨਾਮ। ਖੈਰ ਮਨੋਬਿਰਤੀਆਂ ਉੱਥੇ ਰੱਖੀਏ। ਇਹ ਮੇਰੇ ਪ੍ਰੀਤਮ ਜੀ ਦੇ ਕੌਤਕ ਹਨ। ਸਤਿਗੁਰੂ ਪਾਤਸ਼ਾਹ ਜੀ ਨੂੰ ਕਹਿਣ ਲੱਗੇ, ਸਤਿਗੁਰੂ ਹੈਗਾ ਸੱਚ ਫਕੀਰ ਹੈ ਸਾਈਂ, ਸਭ ਹਮ ਸਮਝਿਓ ਜਥਾ ਬਤਾਈ। ਜਿਵੇਂ ਤੂੰ ਦੱਸਿਆ ਮੈਨੂੰ ਸਮਝ ਆ ਗਈ, ਮੈਂ ਉਹਨੂੰ ਕਹਿ ਦਿੱਤਾ ਕੋਈ ਗੱਲ ਨਹੀਂ, ਲੈ ਲਵਾਂਗੇ। ਸੁਣਤ ਫਕੀਰ ਝੁਕਿਓ ਕਰਨਾਮਾ, ਭੋਜਨ ਹਿਤ ਕਹਿਓ ਤਹਿ ਸਮੋ। ਫਕੀਰ ਹੈਰਾਨ ਹੋ ਗਿਆ ਵੀ ਦੇਖੋ ਗੁਰੂ ਗੋਬਿੰਦ ਸਿੰਘ ਜੀ ਦੀ ਕੈਸੀ ਸ਼ਕਤੀ ਹੈ, ਕੈਸੀ ਪਾਵਰ ਹੈ। ਇਹਨਾਂ ਦੀ 3.5 ਯੁੱਗ ਦੀ ਤਪੱਸਿਆ ਹੈ। ਪਤਾ ਨਹੀਂ ਕਿੰਨਾ ਖਜ਼ਾਨਾ ਸਤਿਗੁਰਾਂ ਨੇ ਆਪਣੇ ਸਿੱਖਾਂ ਸਿੰਘਾਂ ਸੰਗਤਾਂ ਦੇ ਵਾਸਤੇ ਸਾਂਭ ਕੇ ਰੱਖਿਆ ਹੋਇਆ। ਕੋ ਸਤਨਾਮ। ਤਾਂ ਕਹਿਣ ਲੱਗੇ ਆ ਨਮਸਕਾਰ ਕਰਕੇ, ਕੀ ਪੁੱਛਦਾ ਹੈ? ਮੈਂ ਕਹੋ ਲਾਭ ਕਹਾਂ ਕੁਛ ਹੋਵਾ, ਦਰਸ਼ਨ ਰਾਵਰ ਕੋ ਬਰਜੁਵਾ। ਮਹਾਰਾਜ ਇਹ ਤਾਂ ਠੀਕ ਹੈ, ਸਿੰਘਾਂ ਦੀ ਤਾਂ ਤੁਹਾਡੀ ਬੜੀ ਕਿਰਪਾ ਹੈ, ਆਪਣੀਆਂ ਸਿੱਖ ਸੰਗਤਾਂ ਦੇ ਬੜੀ ਕਿਰਪਾ ਹੈ। ਮੈਂ ਤੁਹਾਡੇ ਦਰਸ਼ਨਾਂ ਲਈ ਪਹੁੰਚਿਆ, ਮੈਨੂੰ ਵੀ ਕੋਈ ਫਾਇਦਾ ਹੋਊ ਕਿ ਨਾ? ਸ੍ਰੀ ਕਰ ਗੀਤਰ ਤਬ ਮੁਸਕਾਏ, ਪੰਥ ਵਿਖੇ ਤੁਮ ਉਪਜਿਓ ਜਾਏ। ਬਾਦਸ਼ਾਹ ਕਹਿਣ ਲੱਗੇ, ਫਕੀਰਾ ਤੂੰ ਵੀ ਸਾਡੇ ਪੰਥ ਵਿੱਚ ਜਨਮ ਧਾਰੇਗਾ, ਸਾਡੇ ਪੰਥ ਵਿੱਚ ਪ੍ਰਗਟ ਹੋਵੇਂਗਾ, ਭਾਵ ਜਨਮ ਲਵੇਂਗਾ। ਤੁਮ ਪੀ ਤਪ ਕੋ ਫਲ ਹੋਇ ਜੀਤਾ, ਭੋਗੋ ਭੋਗ ਹਰਕ ਕਰ ਤੀਤਾ। ਤੂੰ ਵੀ ਆਪਣੀ ਤਪੱਸਿਆ ਦਾ, ਭਗਤੀ ਦਾ ਫਲ ਸਾਡੇ ਖਾਲਸਾ ਪੰਥ ਵਿੱਚ ਪੈਦਾ ਹੋ ਕੇ ਭੋਗੇਗਾ। ਪਰ ਇਹ ਕੀ ਕਹਿੰਦਾ ਹੈ? ਕਰੋ ਰਾਜ ਕੋ ਲੇਕਰ ਧਰਨੀ, ਜਿਸ ਪ੍ਰਕਾਰ ਕੀ ਕੀਨਸ ਕਰਨੀ। ਕਿਉਂਕਿ ਤਪੋ ਰਾਜ, ਤਪੱਸਿਆ ਕਰਕੇ ਰਾਜ ਮਿਲਦਾ, ਭਗਤੀ ਕਰਕੇ ਸੁੱਖ ਸਹੂਲਤਾਂ ਮਿਲਦੀਆਂ ਹਨ। ਤਾਂ ਇਸ ਕਰਕੇ ਪ੍ਰੀਤਮ ਜੀ ਕਹਿੰਦੇ ਫਿਰ ਤੂੰ ਰਾਜ ਕਰੇਗਾ, ਤੇਰੀ ਤਪੱਸਿਆ ਦਾ ਫਲ ਤੈਨੂੰ ਜ਼ਰੂਰ ਮਿਲੇਗਾ, ਤੈਨੂੰ ਵੀ ਰਾਜ ਭੋਗਾਵਾਂਗੇ। ਕਿਰਪਾ ਦ੍ਰਿਸ਼ਟ ਕੋ ਜਾਨ ਫਕੀਰ, ਪੁਨ ਬੋਲਿਓ ਜਿਤ ਬਿਨ ਗਹੀਰ। ਹੁਣ ਭਾਈ ਉਹ ਫਕੀਰ ਕਹਿਣ ਲੱਗੇ ਆ, ਮਹਾਰਾਜ ਐਸੀ ਕਿਰਪਾ ਦੇ ਘਰ ਆਏ ਹੋ ਕਿ ਇਹ ਮੇਰੀ ਤਪੱਸਿਆ ਰਾਜ ਭੋਗਣ ਵਾਸਤੇ ਹੀ ਆ। ਭਵ ਚਲਤੀ ਪ੍ਰਵਾਹ ਮੇ ਬਚਾਵੋ, ਭੋਗ ਰੋਗ ਮੈਂ ਨਾਹਿ ਨ ਪਾਵੋ। ਮੈਂ ਨਹੀਂ ਭੋਗਣੇ, ਕਿਉਂਕਿ ਭੋਗੰਗ ਤੈ ਰੋਗੰਗ, ਪਾਤਸ਼ਾਹ ਦਾ ਬਚਨ ਹੈ ਸੰਸਕ੍ਰਿਤੀ ਵਿੱਚ, ਜਿੱਥੇ ਭੋਗ ਹੈ ਉੱਥੇ ਰੋਗ ਵੀ ਹੈ। ਭੋਗੰਗ ਤੇ ਰੋਗੰਗ ਉੱਚ ਸੋ ਨੀਚੰ, ਇਸ ਤਰ੍ਹਾਂ ਕਰਕੇ ਪਾਤਸ਼ਾਹ ਜੀ ਕਈ ਸ਼ਬਦ ਇਕੱਠੇ ਲਿਖੇ ਹਨ। ਤੋਂ ਕਹਿਣ ਲੱਗਿਆ ਮੈਨੂੰ ਇਹ ਰਾਜ ਭੁਗਾ ਕੇ ਤੇ ਫਿਰ ਉਸ ਦੇ ਰੋਗਾਂ ਵਿੱਚੋਂ ਬਚਾਓ, ਮੈਨੂੰ ਲੋੜ ਨਹੀਂ ਹੈ ਰਾਜ ਭੋਗਣ ਦੀ, ਮੈਂ ਤਪੱਸਿਆ ਇਸ ਕੰਮ ਲਈ ਨਹੀਂ ਕੀਤੀ ਜੀ। ਸੱਚ ਹੱਕ ਸੋ ਮਹਿ ਮਿਲਾਵੋ, ਜਿਸ ਤੇ ਆਵਗਨ ਮਿਟਾਵੋ। ਮਹਾਰਾਜ ਮੈਨੂੰ ਸੱਚ ਹੱਕ, ਹੱਕ ਸ਼ਬਦ ਜਿਹੜਾ ਨਾ ਜ਼ਿਆਦਾਤਰ ਫਕੀਰ ਲੋਕ ਵਰਤਦੇ ਆ। ਅਸੀਂ ਵਾਹਿਗੁਰੂ ਕਹਿੰਦੇ ਆ, ਕੋਈ ਰਾਮ ਰਾਮ ਕਹਿੰਦਾ ਹੈ, ਕੁਝ ਫਕੀਰ ਹੱਕ ਹੱਕ ਆਦਿ ਕਰਕੇ ਬੋਲਦੇ ਆ। ਕੋ ਸਤਨਾਮ। ਤੋ ਹੱਕ ਦਾ ਮਤਲਬ ਕੀ ਹੈ? ਜੋ ਸਾਡਾ ਹੱਕ ਹੈ, ਜਿਵੇਂ ਇਸਤਰੀ ਆਪਣੇ ਪਤੀ ਤੇ ਹੱਕ ਰੱਖਦੀ ਹੈ ਔਰ ਪਤੀ ਦੇ ਮਾਲ ਦੇ ਉੱਤੇ ਵੀ ਹੱਕ ਰੱਖਦੀ ਹੈ, ਜੋ ਉਹਦੀ ਸੰਪਤੀ ਹੈ ਉਹਦੇ ਉੱਤੇ ਵੀ ਇਸਤਰੀ ਹੱਕ ਰੱਖਦੀ ਹੈ ਆਪਣਾ, ਭਾਵ ਉਸ ਤੋਂ ਬਾਅਦ ਉਹ ਸਾਰੀ ਸੰਪਤੀ ਦੀ ਉਹ ਮਾਲਕਣ ਹੈ। ਇਸੇ ਤਰ੍ਹਾਂ ਹੀ ਸਾਡਾ ਹੱਕ ਹੈ ਪਰਮੇਸ਼ਰ। ਕੋ ਸਤਨਾਮ। ਜੀਵ ਆਤਮਾ ਦਾ ਹੱਕ ਹੈ ਪਰਮੇਸ਼ਰ। ਤੋ ਇਸੇ ਤਰ੍ਹਾਂ ਹੀ ਇੱਕ ਫਕੀਰ ਨੇ ਉਚਾਰਨ ਕਰਨਾ ਸ਼ੁਰੂ ਕੀਤਾ, ਲੋਕਾਂ ਨੂੰ ਸਮਝ ਨਹੀਂ ਆਈ, ਚੱਕ ਕੇ ਉਸ ਨੂੰ ਸ਼ਹੀਦ ਕਰ ਦਿੱਤਾ, ਮਨਸੂਰ ਸੂਲੀ ਚੜਾ ਦਿੱਤਾ। ਉਹਨੇ ਵੀ ਕਿਹਾ ਸੀ ਅਨਲ ਹੱਕ ਅਨਲ ਹੱਕ ਅਨਲ ਹੱਕ। ਇਹ ਇੱਦਾਂ ਕੌਣ ਲੱਗਿਆ? ਅਸਲ ਵਿੱਚ ਇਹਦੀ ਭੈਣ ਦਾ ਨਾਮ ਵੀ ਕਹਿੰਦੇ ਅਨਲ ਹੱਕ ਸੀਗਾ, ਤੇ ਲੋਕਾਂ ਨੇ ਕੀ ਇਸ ਦਾ ਅਰਥ ਬਣਾ ਲਿਆ ਵੀ ਸ਼ਾਇਦ ਇਹ ਮਨਸੂਰ ਜਿਹੜਾ ਹੈ ਇਹ ਆਪਣੀ ਸਕੀ ਭੈਣ ਦੇ ਨਾਲ ਹੀ ਪਿਆਰ 'ਚ ਫਸ ਗਿਆ, ਮੋਹ 'ਚ ਫਸ ਗਿਆ। ਚਲੋ ਮੁਸਲਮਾਨਾਂ ਦੇ ਲੋਕ ਬੱਚੇ ਚਾਚਿਆਂ ਦੀਆਂ, ਤਾਇਆਂ ਦੀਆਂ, ਮਾਮੇ ਭੂਆ ਦੀਆਂ ਕੁੜੀਆਂ ਨਾਲ ਤਾਂ ਵਿਆਹ ਕਰਾ ਲੈਂਦੇ ਆ, ਇਹ ਆਪਣੀ ਭੈਣ ਦਾ ਹੀ ਨਾਮ ਜਪੀ ਜਾਂਦਾ। ਕੋ ਸਤਨਾਮ। ਅਨਲ ਹੱਕ, ਅਸਲ ਵਿੱਚ ਅਨਲ ਹੱਕ ਦਾ ਮਤਲਬ ਹੈ ਸਵਾਸ। ਅਨਲ ਹਵਾ ਨੂੰ ਕਹਿੰਦੇ ਆ। ਕੋ ਸਤਨਾਮ। ਸਵਾਸ ਸਾਡਾ ਹੱਕ ਹੈ, ਅਸੀਂ ਆਪਣੇ ਸਵਾਸਾਂ ਦੇ ਕਦੇ ਧਿਆਨ ਹੀ ਨਹੀਂ ਮਾਰਿਆ।
ਤੇ ਸਵਾਸ ਜਿਹੜਾ ਹੈ ਸਾਨੂੰ ਪਰਮੇਸ਼ਰ ਤੱਕ ਲਿਜਾਣ ਵਾਸਤੇ ਇਹ ਪ੍ਰਾਣ ਰੂਪੀ ਘੋੜਾ ਹੈ। ਕ੍ਰਿਸ਼ਨ ਜੀ ਦਾ ਜੰਗ ਦੇ ਮੈਦਾਨ ਵਿੱਚ ਖੜ ਕੇ ਪਾਂਡਵ ਅਰਜਨ ਨੂੰ ਗਿਆਨ ਦੇਣਾ। ਰੱਥ ਨੂੰ 10 ਘੋੜੇ ਲੱਗੇ ਆ, ਰੱਥ ਉੱਤੇ ਕ੍ਰਿਸ਼ਨ ਜੀ ਖੜੇ ਆ, ਔਰ ਗੁਰੂ ਪਿਆਰਿਓ ਜਿਹੜਾ ਅਰਜਨ ਹੈ ਉਹ ਸਾਹਮਣੇ ਖੜ ਕੇ ਗਿਆਨ ਪ੍ਰਾਪਤ ਕਰ ਰਿਹਾ ਹੈ। ਬਾਹਰੀ ਤੌਰ ਤੇ ਤਾਂ ਗੀਤਾ ਦੀ ਉਹ ਕਹਾਣੀ ਹੈ, ਪਰ ਅੰਦਰੂਨੀ ਤੌਰ ਤੇ ਸਾਡੇ ਸਰੀਰ ਦੇ 5 ਕਰਮ ਇੰਦਰੀ, 5 ਗਿਆਨ ਇੰਦਰੀ ਇਹ ਘੋੜੇ ਹਨ। ਸਰੀਰ ਜਿਹੜਾ ਹੈ ਇਹ ਰੱਥ ਹੈ, ਸਵਾਸ ਜਿਹੜਾ ਇਹ ਕ੍ਰਿਸ਼ਨ ਹੈ, ਆਤਮਾ ਜਿਹੜੀ ਹੈ ਇਹ ਅਰਜਨ ਹੈ। ਕਹੋ ਸਤਿਨਾਮ ਸੀ। ਆਤਮਾ ਦੇ ਵਿੱਚ ਬੈਠੀ ਹੈ ਨਾ, ਅਰਜਨ ਤਾਂ ਵਿੱਚ ਬੈਠਾ ਰੱਥ ਦੇ, ਤੇ ਰੱਥ ਨੂੰ ਚਲਾਉਂਦਾ ਕੌਣ ਸੀਗਾ? ਕ੍ਰਿਸ਼ਨ। ਕ੍ਰਿਸ਼ਨ ਮੌਕੇ ਦਾ ਅਵਤਾਰ ਹੈ, ਵੀ ਦੱਸੋ ਅਵਤਾਰ ਨੂੰ ਡਰਾਈਵਰ ਬਣਾਉਣਾ ਸੀ। ਕਹੋ ਸਤਿਨਾਮ ਸੀ। ਪਰ ਨਹੀਂ, ਅਸਲ ਵਿੱਚ ਇਹਦਾ ਡਬਲ ਅਰਥ ਹੈ ਕਿ ਸਵਾਸ ਸਾਡੇ ਸਰੀਰ ਨੂੰ ਚਲਾਉਂਦਾ ਹੈ, ਇਹ ਕ੍ਰਿਸ਼ਨ ਹੈ। ਔਰ ਇਹ ਸਵਾਸ ਸਾਰਿਆਂ ਦਾ ਮੁਖੀ ਹੈ, ਮਾਲਕ ਹੈ। ਪੜੋ ਬਾਣੀ ਦੇ ਵਿੱਚੋਂ ਹੀ, ਇਹ ਕ੍ਰਿਸ਼ਨ ਸਰਬ ਦੇਵਾ ਦੇਵ ਦੇਵਾ ਤੈ ਆਤਮ ਹੈ, ਆਤਮਕ ਸ੍ਰੀ ਵਾਸਵ ਦੇਵਸ, ਜੇ ਕੋ ਜਾਣੈ ਭਿਓ ਨਾਨਕ ਤਾਂ ਕਾ ਦਾਸ ਹੈ, ਸੋਈ ਨਿਰੰਜਨ ਦੇਵ। ਤੋ ਕ੍ਰਿਸ਼ਨ ਭਾਵ ਸਵਾਸ ਦੇਵਤਿਆਂ ਦਾ ਵੱਡਾ ਦੇਵਤਾ ਹੈ। ਸਵਾਸਾਂ ਦੇ ਨਾਲ ਹੀ ਜੁੜ ਕੇ ਪਰਮੇਸ਼ਰ ਨੂੰ ਪਾਇਆ ਜਾ ਸਕਦਾ। ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ, ਜਿੰਨਾ ਸਾਸ ਗਿਰਾਸ ਨ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਇਹ ਪ੍ਰਾਣਾ ਦਾ ਘੋੜਾ ਜਿਹੜਾ ਨਾ, ਇਹ ਸਾਡੀ ਆਤਮਾ ਰੂਪੀ ਰੱਥੀ ਨੂੰ, ਅਸੀਂ ਰੱਥੀ ਹਾਂ, ਸਰੀਰ ਰੱਥ ਹੈ, ਸਵਾਸ ਜਿਹੜਾ ਹੈ ਇਸ ਨੂੰ ਚਲਾਉਣ ਵਾਲਾ ਹੈ। ਤੇ ਸਾਡੀ ਆਤਮਾ ਨੂੰ ਲੈ ਕੇ ਜਦੋਂ ਇਹ ਸਵਾਸ ਨਿਕਲੇਗਾ, ਅਗਲ ਸੁਰਤ ਨੇ ਸਵਾਸਾਂ ਤੇ ਸਵਾਰੀ ਕਰਨੀ ਸਿੱਖ ਲਈ। ਅਗਰ ਸਾਡੀ ਰੂਹ ਨੇ, ਆਪਾਂ ਜੋ ਆਪਾਂ ਅਸਲ ਵਿੱਚ ਆਪਾਂ ਹਾਂ, ਆਪਾਂ ਨਾ ਹੱਥ ਹੈ ਨਾ ਪੈਰ ਆ, ਇਹ ਤਾਂ ਆਪਣਾ ਰੱਥ ਹੈ। ਜਿਵੇਂ ਤੁਸੀਂ ਗੱਡੀਆਂ ਬਾਹਰ ਸਾਈਕਲ ਸਟੈਂਡ ਤੇ ਖੜਾ ਹੋਏ, ਕੋ ਸਤਨਾਮ, ਤੁਸੀਂ ਅੰਦਰ ਆਏ ਹੋ, ਇਸੇ ਤਰ੍ਹਾਂ ਇਹ ਗੱਡੀ ਹੈ। ਸੱਚਖੰਡ ਜਾਣ ਲੱਗਿਆ, ਇਹ ਗੱਡੀ ਵੀ ਇੱਥੇ ਛੱਡਣੀ ਪੈਣੀ ਹੈ, ਗਾਹਾਂ ਤਾਂ ਇਕੱਲੇ ਹੀ ਜਾਵਾਂਗੇ। ਕੋ ਸਤਨਾਮ। ਇਸੇ ਤਰ੍ਹਾਂ ਇੱਕ ਰੱਥ ਹੈ, ਇਸ ਰੱਥ ਦੇ ਰਾਹੀਂ ਕ੍ਰਿਸ਼ਨ ਦੀ ਸਹਿਮਤੀ ਦੇ ਨਾਲ, ਭਾਵ ਸਵਾਸਾਂ ਦੇ ਨਾਲ ਜੁੜ ਕਰਕੇ ਅਸੀਂ ਪਰਮੇਸ਼ਰ ਵਿੱਚ ਮਿਲ ਸਕਦੇ ਹਾਂ। ਤਾਂ ਮੇਰੇ ਪ੍ਰੀਤਮ ਜੀ ਕਹਿ ਰਹੇ ਸੀ ਕਿ ਭਲਿਆ ਤੂੰ ਰਾਜ ਭੋਗੀ, ਕਹਿੰਦਾ ਜੀ ਰਾਜ ਨਹੀਂ ਭੋਗਣਾ, ਮੈਨੂੰ ਮੇਰਾ ਹੱਕ ਦਿਵਾਓ। ਤੇ ਜਦ ਉਸਨੇ ਅਨਲ ਹੱਕ ਗਾਉਣਾ ਸ਼ੁਰੂ ਕੀਤਾ ਮਨਸੂਰ ਨੇ, ਤੇ ਉਹ ਮੂਰਖ ਲੋਕਾਂ ਨੂੰ ਸਮਝ ਤਾਂ ਆਈ ਨਾ ਕਿ ਕਹਿੰਦਾ ਕੀ ਹੈ। ਉਹ ਤਾਂ ਲੋਕਾਂ ਨੂੰ ਦੱਸਣਾ ਚਾਹੁੰਦਾ ਸੀਗਾ ਕਿ ਸਵਾਸ ਤੁਹਾਡਾ ਹੱਕ ਹੈ, ਪਰਮੇਸ਼ਰ ਤੁਹਾਡਾ ਹੱਕ ਹੈ, ਤੁਸੀਂ ਉਹਦੇ ਨਾਲ ਜੁੜਨਾ ਕਰੋ। ਪਰ ਨਹੀਂ ਲੋਕਾਂ ਨੂੰ ਸਮਝ ਆਈ, ਤੇ ਅਖੀਰ ਉਹਨਾਂ ਮੂਰਖਾਂ ਨੇ ਮਨਸੂਰ ਨੂੰ ਸੂਲੀ ਚੜਾ ਕੇ ਸ਼ਹੀਦ ਕਰ ਦਿੱਤਾ। ਖੈਰ, ਇਹ ਸਾਡਾ ਸੱਚ ਹੱਕ ਹੈ। ਫਕੀਰ ਕਹਿੰਦਾ ਮੈਨੂੰ ਉਹਦੇ ਵਿੱਚ ਮਿਲਾਓ ਜੀ, ਮੈਨੂੰ ਆਵਾ ਗਾਉਣ ਚੋਂ ਕੱਢੋ, ਹੁਣ ਇਹ ਨਵੇਂ ਚੱਕਰਾਂ ਵਿੱਚ ਨਾ ਪਾਓ ਜੀ। ਸੁਣ ਸ੍ਰੀ ਮੁਕਤੇ ਮਾਰਕ ਬੋਲੇ, ਸਾਈਂ ਜੀ ਪੂਰਾ ਤੋਲੇ। ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ, ਸਾਈਂ ਜੀ, ਫਕੀਰ ਜੀ, ਪਰਮੇਸ਼ਰ ਦਾ ਹੁਕਮ ਚੱਲਦਾ ਹੈ, ਉਹ ਪੂਰਾ ਤੋਲਦਾ ਹੈ, ਉਹ ਸਭ ਦਾ ਹਿਸਾਬ ਕਿਤਾਬ ਪੂਰਾ ਕਰਦਾ ਹੈ। ਰਾਈ ਵਧੇ ਨਾ ਤਿਲ ਘਟੇ। ਇਸ ਤਰ੍ਹਾਂ ਗੁਰੂ ਪਿਆਰਿਓ, ਪਾਣਾ ਹੈ ਸਰੀਤ ਕੋ ਕਿਸ ਵਿਦ ਮਿਟੇ ਨਾ ਕੋਏ। ਇਸ ਤਰ੍ਹਾਂ ਇਹ ਭਾਣਾ ਹੈ ਪਰਮੇਸ਼ਰ ਦਾ, ਤੇ ਪਰਮੇਸ਼ਰ ਦੇ ਭਾਣੇ ਨੂੰ ਕੋਈ ਬਦਲ ਨਹੀਂ ਸਕਦਾ ਜੀ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ। ਸਾਰੀ ਸ੍ਰਿਸ਼ਟੀ ਉਹਦੇ ਹੁਕਮ ਦੇ ਅੰਦਰ ਚੱਲ ਰਹੀ ਹੈ। ਕੋਈ ਵੀ ਐਸਾ ਜੀਵ ਨਹੀਂ ਹੈ ਜਿਹੜਾ ਹੁਕਮ ਤੋਂ ਬਾਹਰ ਹੋਵੇ ਜੀ। ਥੱਲੇ ਤ੍ਰਿਮਤ ਉੱਪਰ ਮਰਦ ਦੋਨੋਂ ਕੇ ਦਰ ਜੋਏ। ਥੱਲੇ ਤ੍ਰਿਮਤ ਉੱਪਰ ਮਰਦ, ਭਾਵ ਥੱਲੇ ਧਰਤੀ ਤੇ ਉੱਪਰ ਆਕਾਸ਼, ਇਹਨਾਂ ਦੋਹਾਂ ਦੇ ਵਿੱਚ ਜਿਹੜੇ ਜੀਵ ਪੈਦਾ ਹੋਏ ਹਨ। ਫੈਸਲ ਦੀ ਦਮ ਚਸ਼ਮ ਸਭ ਸਾਬਤ ਰਹੇ ਨਾ ਕੋਈ। ਔਰ ਇਸ ਧਰਤੀ ਦੇ ਉੱਤੇ ਪਾਤਸ਼ਾਹ ਜੀ, ਭਗਤ ਫਕੀਰ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਹਨ ਕਿ ਦੋ ਪੱਟਾਂ ਦੇ ਵਿੱਚ ਮੈਂ ਕੀ ਦੇਖਿਆ, ਚਲਤੀ ਚਾਕੀ ਦੇਖ ਕੇ ਦੀਆ ਕਬੀਰਾ ਰੋਏ। ਦੋ ਪੱਥਰ, ਇੱਕ ਥੱਲੇ ਹੈ ਇੱਕ ਉੱਪਰ ਹੈ।
चलती चाकी देख के दिया कबीरा रोए, दो पाटों के बीच में सावत बचा ना कोई। सावत हुंदा है परमेश्वर नाल जुड़ के जीवन बतीत करना, ते दाल कौन हो गया जिहड़ा पंजां विकारां दे चक्कर च फस गया। को सतनाम। इस करके ये संसार जिहड़ा है ऐसा ही है, सारे उस दे हुक्म अंदर हन। फैसल दीदम चश्म सब सारे ओदियां अखां दे सामने आ, ओदी निगाह च है। सावत रहे ना कोई, कोई बिरला ही ओदे दर ते पूरा उतरदा है। सुन कर गीतर की बचन खुशी प्यो मन माहे। और इसे गल नूं पातशाह ने बाणी च इउं लिखिया है, दोए पुड़ चक्की जोड़ के पीसन आए बहिठ। दो पुड़ चक्की दे जोड़ ले, एक थल्ले एक उत्ते, और दुनिया जिहड़ी है इहदे विच दाणियां दी न्याई पै रही है। दो पुड़ चक्की जोड़ के पीसन आए बहिठ। ते कौन सावत रहे ਜਿਹੜੇ ਉਸ ਪਰਮੇਸ਼ਰ ਦੇ ਨਾਲ ਜੁੜੇ ਰਹੇ ਤੇ ਬਾਕੀ ਸਾਰੇ ਖਤਮ ਹੋ ਗਏ। ਕਬੀਰ ਸਾਹਿਬ ਨੇ ਦੂਰੋਂ ਬੈਠ ਕੇ ਮਾਂ ਨੂੰ ਜਾਂ ਘਰ ਵਾਲੀ ਨੂੰ ਚੱਕੀ ਚਲਾਉਂਦੇ ਦੇਖਿਆ ਜਦੋਂ, ਤੇ ਦੂਰੋਂ ਵੇਖ ਰਹੇ ਆ ਕਿ ਦਾਣੇ ਪਿਸ ਰਹੇ ਨੇ। ਥੋੜਾ ਨੇੜੇ ਆਏ, ਕਹਿੰਦੇ ਵੇਖੀਏ ਭਲਾ ਕੋਈ ਸਾਬਤਾ ਬਚਿਆ। ਤੇ ਜਿਹੜੇ ਵਿਚਾਲੇ ਕਿੱਲੀ ਹੁੰਦੀ ਹੈ ਨਾ ਚੱਕੀ ਦੇ, ਕੁਝ ਦਾਣੇ ਉਹ ਕਿੱਲੀ ਨਾਲ ਜੁੜ ਗਏ। ਜਿਹੜੇ ਕਿੱਲੀ ਕੋਲੇ ਖੜ ਗਏ ਉਹ ਪਿਸਣ ਤੋਂ ਬਚ ਗਏ। ਜਿਹੜੇ ਗੁਰੂ ਦੇ ਚਰਨਾਂ ਨਾਲ ਜੁੜ ਗਏ ਉਹ ਬਚ ਜਾਣਗੇ, ਬਾਕੀ ਸਭ पीछे जाणगे। मेरे प्रीतम जी कहने, जिते इच्छा तित को गयो गुर दर्शन को चाहे। सुन कलगी धर के बचन खुशी भयो मन माहे। फकीर बड़ा खुश होया, फिर आज्ञा लैके जिधर नूं जाना सी ओने चलिया गया जी दोहरा। सुपते निस में सतगुरु मन भावत कर खाना। और धन गुरु गोबिंद सिंह जी महाराज शामा दा समा हो गया, दीवाना दी समाप्ति हो गई, इधरों भी समाप्ति आ। फिर प्रीतम जी अपने महलों में चले गए, जल पानी छकिया आराम करते हन। अमृत वेला में उठे कीनो सोच स्नान। दूजे दिन उठते आ, इशनान पानी करते आ, तैयार प्रत्यार होंदे आ। फिर दीवान सजदा, फिर सतगुरु कवियां नूं बुलाउंदे आ। कवियां नाल की विचारां हुंदियां ये आपां कल नूं सरवण करांगे। हुण समा समाप्ति ते है, पंडालां दे विच दीवान सजने उन्हां दा समा हो रहा है। आपां विचारां इत्थे रोकदे आ, समाप्ति करिए। बोलदियां ने एक आखर बाद घाट हो जाते। सिख संगतां दे सतगुरु बख्शण जोग है, बख्श लेना जी। समाप्ति करिए। हे अच्युत हे पार ब्रह्म अविनाशी अगनास। हे पूरन हे सर्व मैं पंजन गुणतास। हे संगी हे निरंकार हे निर्गुण सब टेक। हे गोविंद हे गुण निधान जाके सदा विवेक। हे अपरंपर हर हरे कहते हो बनहार। हे संत के सदा संग दारा आधार। हे ठाकुर दास रो निर्गुण गुण नहीं कोई। नानक दीजै नाम दान करोए। आए प्रभु शरणागति कृपा नित दयाल। एक अखर हर मन बसत एक अंकारा सतगुरु प्रसाद सच होए। वाहिगुरु जी की फतेह है, विनाशन सोए। वाहिगुरु जी की फतेह है, विनाशन सोए। वाहिगुरु जी का खालसा, वाहिगुरु जी की फतेह।